ਭਗਤ ਕਬੀਰ ਜੀ ਨੇ ਇਹਨਾਂ 4 ਸਲੋਕਾਂ ਵਿੱਚ ਜ਼ਿੰਦਗੀ ਦੇ 2 ਖਾਸ ਪਹਿਲੂ ਸਾਡੇ ਸਾਹਮਣੇ ਰੱਖੇ ਹਨ। ਇੱਕ ਹੈ ਕਿ ਆਮ ਤੌਰ 'ਤੇ ਮਨੁੱਖ ਆਪਣੇ ਆਪਣੇ ਮਜ਼ਹਬ, ਫਿਰਕੇ ਜਾਂ ਅਖੌਤੀ ਧਰਮ ਦੇ ਮੁਤਾਬਿਕ ਰੋਹ ਰੀਤੀ ਨੂੰ ਅਪਣਾ ਕੇ ਕਿਸੇ ਖਾਸ ਕਰਮ ਕਾਂਡ ਨੂੰ ਪੂਰਿਆਂ ਕਰਕੇ ਜਿਸ ਨੂੰ ਆਮ ਤੌਰ 'ਤੇ ਉਸ ਸਮਾਜ ਦੇ ਲੋਕ ਪਰਪਾਟੀ, ਪਰੰਪਰਾ, ਮਰਿਆਦਾ ਆਦਿਕ ਨਾਮ ਦਿੰਦੇ ਹਨ, ਉਸ ਵਿੱਚੋਂ ਗੁਜ਼ਰ ਕੇ ਇਹ ਪ੍ਰਾਣੀ ਸੋਚਦਾ ਹੈ ਕਿ ਮੈਂ ਆਪਣੇ ਫਰਜ਼ ਦੀ ਪੂਰੀ ਅਦਾਇਗੀ ਕਰ ਲਈ ਹੈ ਤੇ ਹੁਣ ਮੈਂ ਗੁਰੂ ਵਾਲਾ ਬਣ ਗਿਆ। ਤੇ ਕਈ ਵਾਰੀ ਇੰਜ ਵੀ ਹੁੰਦਾ ਹੈ, ਇਹ ਹੋਰ ਹੰਕਾਰ ਵਧਾ ਲੈਂਦਾ ਹੈ ਕਿ ਦੂਜਿਆਂ ਨਾਲੋਂ ਹੁਣ ਮੈਂ ਸ੍ਰੇਸ਼ਟ ਹਾਂ। ਭਾਵੇਂ ਜ਼ਿੰਦਗੀ ਵਿੱਚ ਤਬਦੀਲੀ ਰੰਚਕ ਮਾਤਰ ਵੀ ਨਾ ਆਈ ਹੋਵੇ, ਰੱਤੀ ਭਰ ਵੀ ਨਾ ਆਈ ਹੋਵੇ, ਤਾਂ ਵੀ ਐਲਾਨ ਵੀ ਇਹੀ ਕਰਦਾ ਹੈ, ਮਹਿਸੂਸ ਵੀ ਇਹੀ ਕਰਦਾ ਹੈ ਕਿ ਮੈਂ ਜ਼ਿੰਦਗੀ ਦੇ ਮਕਸਦ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ। ਬਹੁਤ ਨੇੜਿਓਂ ਹੋ ਕੇ ਇਸ ਨੂੰ ਦੇਖਿਆ ਜਾਏ, ਨਾ ਕੋਈ ਜ਼ਿੰਦਗੀ ਵਿੱਚ ਰਸ ਹੈ, ਨਾ ਆਨੰਦ ਹੈ, ਨਾ ਰੱਬੀ ਅਨੁਭਵ ਹੈ। ਕਰਮ ਕਰਤੂਤ ਉਹੀ ਹੈ ਜੋ ਗੁਰੂ ਤੋਂ ਬੇਮੁਖ ਆਦਮੀ ਦੀ ਹੈ। ਕੇਵਲ ਇੱਕ ਪਰੰਪਰਾ ਨੂੰ ਪੂਰਿਆਂ ਕਰ ਲੈਣ ਨਾਲ ਕੋਈ ਰੱਬ ਰੂਪੀ ਮੰਜ਼ਿਲ ਤੇ ਨਹੀਂ ਪਹੁੰਚ ਜਾਂਦਾ, ਨਾ ਗੁਰੂ ਨਾਲ ਬਹੁਤ ਵਧੇਰੇ ਨੇੜਤਾ ਹੀ ਬਣ ਜਾਂਦੀ ਹੈ। ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ, ਕਿਉਂਕਿ ਗੁਰੂ ਮਿਲੇ ਔਰ ਜ਼ਿੰਦਗੀ ਨਾ ਬਦਲੇ ਤਾਂ ਜਾਂ ਗੁਰੂ ਅਧੂਰਾ ਹੈ ਜਾਂ ਸਿੱਖ ਅਧੂਰਾ ਹੈ। ਇਹ ਮਿਲਾਪ ਹੋਇਆ ਨਹੀਂ, ਇਹ ਝੂਠ ਬੋਲਦਾ ਹੈ। ਲੋਹਾ ਪਾਰਸ ਨੂੰ ਛੋਵੇ ਔਰ ਸੋਨਾ ਨਾ ਬਣੇ ਤਾਂ ਜਾਂ ਪਾਰਸ ਝੂਠਾ ਰਿਹਾ ਹੋਵੇਗਾ ਜਾਂ ਲੋਹਾ ਝੂਠ ਬੋਲਦਾ ਹੈ। ਇਸ ਨੇ ਦਰਅਸਲ ਪਾਰਸ ਦਾ ਸੰਗ ਕੀਤਾ ਨਹੀਂ। ਤੇ ਨੇੜੇ ਤਾਂ ਭਾਵੇਂ ਸਦੀਆਂ ਤੱਕ ਪਿਆਰ ਰਵੇ, ਬਿਨਾਂ ਸਪਰਸ਼ ਕਰਨ ਤੋਂ ਇਹ ਬਦਲੇਗਾ ਕਿੰਝ? ਜ਼ਿੰਦਗੀ ਵਿੱਚ ਆਈ ਤਬਦੀਲੀ ਹੀ ਸਬੂਤ ਹੋਇਆ ਕਰਦੀ ਹੈ ਕਿ ਇਸ ਮਨੁੱਖ ਦੀ ਇਹ ਪ੍ਰਾਪਤੀ ਹੈ। ਫਿਰ ਇਹ ਧੋਖਾ ਕਿਸ ਨਾਲ ਕਿ ਮੈਂ ਗੁਰੂ ਵਾਲਾ ਹੋ ਗਿਆ। ਦੁਨੀਆ ਨੂੰ ਤੇਰੀ ਜ਼ਿੰਦਗੀ ਨਾਲ ਕੀ ਫਰਕ ਪਵੇਗਾ ਜੇ ਤੂੰ ਖੁਦ ਨਹੀਂ ਬਦਲਿਆ। ਇੱਕ ਪਹਿਲੂ ਇਹ ਹੈ ਜਿਹੜਾ ਸਾਨੂੰ ਮੋਟੀ ਨਜ਼ਰ ਨਾਲ ਦੇਖਿਆਂ ਬੜਾ ਕਠੋਰ ਵੀ ਜਾਪੇਗਾ, ਕਿਉਂਕਿ ਆਮ ਤੌਰ 'ਤੇ ਅਸੀਂ ਕੇਵਲ ਇੱਕ ਰੋਹ ਰੀਤੀ ਨੂੰ ਪੂਰਿਆਂ ਕਰਕੇ ਸੋਚਦੇ ਹਾਂ ਅਸੀਂ ਗੁਰੂ ਵਾਲੇ ਬਣ ਗਏ, ਹੁਣ ਸਾਡਾ ਗੁਰੂ ਨਾਲ ਸੰਬੰਧ ਬਣ ਗਿਆ ਹੈ। ਹਾਲਾਂਕਿ ਸਾਡੀ ਜ਼ਿੰਦਗੀ ਵਿੱਚੋਂ ਉਸ ਸੰਬੰਧ ਦੀ ਕੋਈ ਸੁਗੰਧ ਨਹੀਂ ਮਿਲਦੀ, ਖਾਲੀ ਦੇ ਖਾਲੀ। ਜਦ ਕੋਈ ਇੰਜ ਆਖੇਗਾ ਤੂੰ ਅਜੇ ਗੁਰੂ ਨੂੰ ਪਾਇਆ ਨਹੀਂ ਤਾਂ ਸਾਨੂੰ ਤਕਲੀਫ ਮਹਿਸੂਸ ਹੋਵੇਗੀ
ਕਿਉਂਕਿ ਅਸੀਂ ਰੋਹ ਰੀਤੀ ਪੂਰੀ ਕਰ ਲਈ ਹੈ। ਮੰਤਰ ਫੂਕ ਕੇ ਪੜ੍ਹ ਕੇ ਰੋਹ ਰੀਤੀ ਪੂਰੀ ਕਰਕੇ ਕਿਸੇ ਜਨੇਊ ਪਹਿਨਾ ਦਿੱਤਾ, ਬ੍ਰਾਹਮਣ ਗੁਰੂ ਹੋ ਗਿਆ, ਜਨੇਊ ਪਹਿਨਣ ਵਾਲਾ ਧਰਮੀ ਹੋ ਗਿਆ। ਫਿਰ ਇਹ ਮਰਿਆਦਾ ਕੇਵਲ ਜਨੇਊ ਦੀ ਹੀ ਨਹੀਂ, ਕਿਸੇ ਵੀ ਧਰਮ ਦੀ ਕਿਉਂ ਨਾ ਹੋਵੇ, ਉਹ ਸਿੱਖ ਹੈ, ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਯਹੂਦੀ ਹੈ ਕਿ ਕੌਣ ਹੈ, ਕੋਈ ਫਰਕ ਨਹੀਂ। ਮਰਿਆਦਾ ਚੰਗੀ ਹੈ, ਪਰ ਜੇ ਮਰਿਆਦਾ ਦੇ ਅਰਥ ਜ਼ਿੰਦਗੀ ਵਿੱਚ ਨਾ ਆਵਣ, ਅਰਥ ਮਨੁੱਖ ਗਵਾ ਲਵੇ, ਤਾਂ ਜੀਵਨ ਨੂੰ ਕੋਈ ਫਰਕ ਪੈਣ ਵਾਲਾ ਨਹੀਂ। ਬਲਕਿ ਇੱਕ ਸਿਆਣੇ ਨੇ ਤਾਂ ਬੜਾ ਅਜੀਬ ਜਿਹਾ ਫਿਕਰਾ ਲਿਖਿਆ ਹੈ। ਉਹ ਆਖਦਾ ਹੈ, ਖੁਦਾ ਕੇ ਬੰਦੋं को देख कर खुदा से मुनकर हुई है दुनिया, कि जिस खुदा के बंदे ऐसे हैं वो खुदा कैसा होगा, वो कैसा खुदा होगा। क्योंकि लेबल सही है पर अंदर कुछ भी नहीं। इकल्ला लेबल की सवारेगा। एक पहलू कबीर साहब ने इन्हां 4 श्लोकां विचों पहले 2 श्लोकां विच यही लिया है कि सचमुच गुरु दा मिलाप हो जाए ਤਾਂ ਜੀਵਨ ਕੈਸਾ ਹੁੰਦਾ ਹੈ। ਅਗਰ ਉਹ ਤਬਦੀਲੀ ਨਹੀਂ, ਜੀਵਨ ਵੈਸਾ ਨਹੀਂ, ਤਾਂ ਦਾਅਵੇ ਝੂਠੇ ਨੇ। ਇੱਕ ਦੂਸਰਾ ਪਹਿਲੂ ਕਬੀਰ ਜੀ ਨੇ ਸਾਡੇ ਸਨਮੁਖ ਅੱਜ ਰੱਖਿਆ ਹੈ ਦੂਜੇ 2 ਸ਼ਲੋਕਾਂ ਵਿੱਚ, ਕਿ ਇਹ ਆਤਮਾ ਮਨੁੱਖੀ ਜਾਮੇ ਵਿੱਚ ਉਸ ਨਿਰੰਕਾਰ ਦੇ ਦੇਸ਼ ਤੋਂ ਆਈ ਹੈ, ਬੜੀਆਂ ਉਚਾਈਆਂ ਤੋਂ। ਪਰਮਾਤਮਾ ਤੋਂ ਉੱਪਰ ਹੋਰ ਕੋਈ ਉਚਾਈ ਹੈ ਨਹੀਂ। ਸਰਬ ਸ੍ਰੇਸ਼ਟ ਸਟੇਜ ਤੋਂ ਇਸ ਦਾ ਆਗਮਨ ਹੋਇਆ ਹੈ। ਲੇਕਿਨ ਜਿੱਥੇ ਆਈ ਹੈ, ਇੱਥੇ ਬੜੀ ਸਾਵਧਾਨੀ ਦੀ ਜ਼ਰੂਰਤ ਹੈ ਕਿ ਇਸ ਆਤਮਾ ਦਾ ਸੰਪਰਕ ਕਿਹੋ ਜਿਹੀ ਸੰਗਤ ਨਾਲ ਬਣਿਆ ਹੈ। ਕੋ ਸੰਗਤ ਵਿੱਚ ਪੈ ਗਈ ਤਾਂ ਕੌਡੀਆਂ ਖੋਟਾ ਜੀਵਨ ਕਰ ਲਵੇਗੀ। ਅਗਰ ਸਤ ਸੰਗਤ ਨਸੀਬ ਹੋ ਗਈ, ਨੇਕ ਪੁਰਸ਼ਾਂ ਦਾ ਸੰਗ ਬਣ ਗਿਆ ਅਤੇ ਉਹ ਰੰਗ ਵੀ ਚੜ ਗਿਆ, ਤਾਂ ਫਿਰ ਇਸ ਦਾ ਸੰਸਾਰ ਤੇ ਆਉਣਾ ਸਫਲ ਹੋ ਗਿਆ, ਕਿਸੇ ਅਰਥ ਪੈ ਗਿਆ। ਇਹ ਆਪਣਾ ਵੀ ਕੁਝ ਸਵਾਰ ਗਈ, ਬਲਕਿ ਦੁਨੀਆ ਲਈ ਵੀ ਬਹੁਤ ਕੁਝ ਕਰ ਗਈ। ਇਹ 2 ਵਿਸ਼ੇਸ਼ ਪਹਿਲੂ ਹਨ ਅੱਜ ਦੇ ਇਹਨਾਂ 4 ਸ਼ਲੋਕਾਂ ਅੰਦਰ। ਭਗਤ ਕਬੀਰ ਜੀ ਆਰੰਭ ਕਰਦੇ ਨੇ, ਕਬੀਰ ਗੂੰਗਾ ਹੂਆ ਬਾਬਰਾ, ਬਹਰਾ ਹੂਆ ਕਾਨ, ਪਾਵਹੁ ਤੇ ਪਿੰਗੁਲ ਪਿਆ, ਪਾਵਹੁ ਤੇ ਪਿੰਗੁਲ ਪਿਆ, ਮਾਰਿਆ ਸਤਿਗੁਰ ਬਾਣ। ਇਹ ਹੈ ਗੁਰੂ ਮਿਲਾਪ ਦੀ ਕਰਾਮਾਤ। ਸਤਿਗੁਰੂ ਪੂਰੇ ਨੇ ਸ਼ਬਦ ਦਾ ਬਾਣ ਮਾਰਿਆ। ਸ਼ਬਦ ਵਿੱਚ ਸੀ ਗੁਰੂ ਦੀ ਮੱਤ। ਗੁਰਮਤਿ ਜਦ ਅੰਦਰ ਵਸ ਜਾਏ ਤਾਂ ਤਬਦੀਲੀ ਆਉਣੀ ਸੁਭਾਵਿਕ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰਮਤਿ ਗੁਰਮਤਿ ਆਖਦੇ ਬਹੁਤ ਹਨ, ਹਰ ਕੋਈ ਆਖਦਾ ਮੈਂ ਗੁਰਮਤੀਆ,
ਪਰ ਜ਼ਿੰਦਗੀ ਵਿੱਚ ਤਬਦੀਲੀ ਨਾ ਹੋਈ ਤਾਂ ਇਸ ਦਾ ਅਰਥ ਸਪਸ਼ਟ ਹੈ, ਤੂੰ ਗੁਰਮਤਿ ਨੂੰ ਸੱਤ ਕਰਕੇ ਜ਼ਿੰਦਗੀ ਵਿੱਚ ਅਪਣਾਇਆ ਨਹੀਂ ਤੇ ਜੀਵਨ ਕੁਝ ਹੋਰ ਰੰਗਤ ਵਿੱਚ ਰੰਗਿਆ ਹੋਣਾ ਚਾਹੀਦਾ ਹੈ। ਉਹਨਾਂ ਨੇ 4 ਪੰਕਤੀਆਂ ਆਪਣੇ ਕਵਿਤ ਸਵਈਆਂ ਵਿੱਚ ਲਿਖੀਆਂ। ਗੁਰਮਤਿ ਸੱਤ ਕਰ ਸਿੰਬਲ ਸਫਲ ਭਏ, ਗੁਰਮਤਿ ਸੱਤ ਕਰ ਬਾਂਸ ਮੈਂ ਸੁਗੰਧ ਹੈ। ਕਹਿੰਦੇ ਨੇ ਦੁਨੀਆ ਅੰਦਰ ਚੰਦਨ ਦਾ ਬੂਟਾ ਆਸ-ਪਾਸ ਦੀ ਬਨਸਪਤੀ ਵਿੱਚ ਆਪਣੀਆਂ ਖੁਸ਼ਬੂਆਂ ਭਰ ਦਿੰਦਾ ਹੈ, ਚੰਦਨ ਵਰਗਾ ਹੀ ਬਣਾ ਲੈਂਦਾ ਹੈ। ਸੀਤਲਤਾ ਵੀ ਭਰਦਾ ਹੈ, ਖੁਸ਼ਬੂਆਂ ਵੀ ਭਰਦਾ ਹੈ। ਪਰ ਸਿੰਬਲ ਦਾ ਬਿਰਸ਼ ਫਲ ਤੋਂ ਹੀਣਾ ਉੱਚਾ ਬਣਿਆ ਖੜੋਤਾ ਹੈ। ਇੱਕ ਪਾਸੇ ਚੰਦਨ ਹੈ, ਇੱਕ ਪਾਸੇ ਸਿੰਬਲ ਹੈ। ਸਿੰਬਲ ਹੰਕਾਰੀ ਹੈ, ਖਾਲੀ ਰਹਿ ਜਾਂਦਾ ਹੈ। ਬਾਂਸ ਕੁਲ ਘਾਤੀ ਹੈ, ਕਪਟੀ ਹੈ, ਖਾਲੀ ਹੈ। ਚੰਦਨ ਦੇ ਪਾਸ ਰਹਿ ਕੇ ਵੀ ਸੁਗੰਧ ਤੋਂ, ਸੀਤਲਤਾ ਤੋਂ ਵਾਂਝਾ ਰਹਿ ਜਾਂਦਾ ਹੈ। ਲੇਕਿਨ ਪੂਰਾ ਗੁਰੂ ਉਹ ਚੰਦਨ ਹੈ ਜਿਸ ਵਿੱਚ ਇਹ ਕਰਾਮਾਤੀ ਸ਼ਕਤੀ ਹੈ ਕਿ ਵੱਡੇ ਵੱਡੇ ਹੰਕਾਰੀ ਕਿਉਂ ਨਾ ਹੋਣ, ਸਿੰਬਲ ਵਰਗੇ ਬੜੇ ਉੱਚੇ ਬਣ ਖੜੋਤੇ, ਪਰ ਜਦੋਂ ਗੁਰੂ ਗੁਰਮਤਿ ਦੀ ਇੱਕ ਚੋਟ ਕਰਦਾ ਹੈ, ਸਭ ਹੰਕਾਰ ਨੂੰ ਚਕਨਾਚੂਰ ਕਰ ਦਿੰਦਾ ਹੈ। ਅਹੰਕਾਰ ਦੇ ਬਚਣ ਦੀ ਕੋਈ ਸੰਭਾਵਨਾ ਹੀ ਨਹੀਂ ਰਹਿਣ ਦਿੰਦਾ। ਫਿਰ ਉਹ ਅਹੰਕਾਰ ਪਦਾਰਥਾਂ ਦਾ ਹੋਵੇ, ਭਾਵੇਂ ਪਦਵੀਆਂ ਦਾ ਹੋਵੇ, ਭਾਵੇਂ ਚਤੁਰਾਈਆਂ ਦਾ ਹੋਵੇ, ਚਾਹੇ ਵਿਦਿਆ ਦਾ ਹੋਵੇ, ਕੋਈ ਵੀ ਰੂਪ ਕਿਉਂ ਨਾ ਹੋਵੇ, ਗੁਰੂ ਹੰਕਾਰ ਬਚਣ ਨਹੀਂ ਦਿੰਦਾ। ਕਬੀਰ ਜੀ ਦਾ ਹੀ ਇੱਕ ਬਚਨ ਹੈ ਜੋ ਕਬੀਰ ਪੰਥੀਆਂ ਦੇ ਪਾਸ ਹੈ। ਉਹ ਕਹਿੰਦੇ ਨੇ, ਸਤਿਗੁਰ ਸਾਚਾ ਸੂਰਮਾ, ਨਖ ਸਿਖ ਮਾਰਾ ਪੂਰ। ਸਿਰ ਤੋਂ ਪੈਰਾਂ ਤੱਕ ਤਬਦੀਲੀ ਕਰ ਦੇਣ ਵਾਲਾ ਵਾਰ ਕਰਦਾ ਹੈ ਪੂਰਾ ਗੁਰੂ। ਸਤਿਗੁਰ ਸਾਚਾ ਸੂਰਮਾ, ਨਖ ਸਿਖ ਮਾਰਾ ਪੂਰ। ਬਾਹਰ ਘਾਵ ਨ ਦੀਸਈ, ਭੀਤਰ ਚਕਨਾਚੂਰ। ਗੁਰੂ ਦੇ ਸ਼ਬਦ ਦੀ ਚੋਟ ਬਾਹਰੋਂ ਕੋਈ ਜ਼ਖਮ ਨਹੀਂ ਕਰਦੀ, ਲੇਕਿਨ ਅੰਦਰੋਂ ਹੰਕਾਰ ਨੂੰ ਚਕਨਾਚੂਰ ਕਰ ਦਿੰਦੀ ਹੈ, ਪੂਰੀ ਤਰ੍ਹਾਂ ਮਿਟਾ ਦਿੰਦੀ ਹੈ। ਸਿੰਬਲ ਵਰਗੇ ਵੀ ਚੰਦਨ ਬਣ ਸਕਦੇ ਨੇ ਜੇ ਗੁਰੂ ਦੀ ਮੱਤ ਨਾਲ ਰਿਸ਼ਤਾ ਜੁੜ ਗਿਆ। ਬਾਂਸ ਚੰਦਨ ਦੇ ਪਾਸ ਰਹਿ ਕੇ ਵੀ ਸੁਗੰਧ ਪ੍ਰਾਪਤ ਨਹੀਂ ਕਰ ਸਕਦਾ। ਭਗਤ ਕਬੀਰ ਜੀ ਦੇ ਸ਼ਲੋਕਾਂ ਵਿੱਚ ਹੀ ਜ਼ਿਕਰ ਆਇਆ ਹੈ, ਕਬੀਰ ਬਾਂਸ ਬਡਾਈ ਬੂਡਿਆ, ਇਉਂ ਮਤ ਡੂਬਹੁ ਕੋਏ। ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਨੇੜੇ ਵਸ ਕੇ ਵੀ ਬਾਂਸ ਖੁਸ਼ਬੂ ਤੋਂ ਖਾਲੀ ਰਹਿ ਜਾਂਦਾ ਹੈ। ਲੇਕਿਨ ਗੁਰੂ ਉਹ ਚੰਦਨ ਹੈ ਜਿਸ ਦੀ ਗੁਰਮਤਿ ਦੀ ਖੁਸ਼ਬੂ ਬਾਂਸ ਵਰਗੇ ਬਦਬੂ ਨਾਲ ਭਰੇ ਸਭ ਗੁਣਾਂ ਤੋਂ ਖਾਲੀ ਮਨੁੱਖਾਂ ਨੂੰ ਵੀ ਆਪਣੇ ਗੁਣਾਂ ਦੀ ਖੁਸ਼ਬੂ ਨਾਲ ਭਰਪੂਰ ਕਰ ਜਾਂਦੀ ਹੈ। ਗੁਰਮਤਿ ਸਤ ਕਰ ਸਿੰਬਲ ਸਫਲ ਭਏ, ਗੁਰਮਤਿ ਸਤ ਕਰ ਬਾਂਸ ਮੈਂ ਸੁਗੰਧ ਹੈ। ਜੇ ਆਖੇ ਗੁਰਮਤਿ ਮੈਂ ਪ੍ਰਾਪਤ ਕਰ ਲਈ ਹੈ, ਗੁਰੂ ਵਾਲਾ ਬਣ ਗਿਆ ਹਾਂ, ਔਗਣ ਅਜੇ ਵੀ ਬਾਂਸ ਵਾਲੇ ਹੋਣ, ਸਿੰਬਲ ਵਾਲੇ ਹੋਣ, ਤਾਂ ਅਰਥ ਇੱਕ ਹੀ ਹੈ, ਇਸ ਨੇ ਗੁਰੂ ਦਾ ਸੰਗ ਕੀਤਾ ਨਹੀਂ, ਦਿਖਾਵਾ ਕੀਤਾ ਹੋਵੇਗਾ। ਗੁਰਮਤਿ ਸਤ ਕਰ ਕੰਚਨ ਮਨੂਰ ਭਏ, ਗੁਰਮਤਿ ਸਤ ਕਰ ਪਰਖਤ ਅੰਧ ਹੈ।
ਸੋਨਾ ਬਣਾ ਦੇ ਪਾਰਸ, ਲੋਹੇ ਨੂੰ ਇਹ ਪਾਰਸ ਦੀ ਖੂਬੀ ਗਿਣੀ ਜਾਂਦੀ ਹੈ। ਲੇਕਿਨ ਪੂਰਾ ਗੁਰੂ ਉਹ ਪਾਰਸ ਹੈ ਜੋ ਲੋਹਾ ਹੀ ਨਹੀਂ, ਲੋਹੇ ਸੜੇ ਹੋਏ ਨੂੰ, ਉਸ ਦੀ ਮੈਲ ਨੂੰ ਵੀ ਸੋਨਾ ਬਣਾ ਦਿੰਦਾ ਹੈ। ਨੇਤਰਹੀਣ ਦੇ ਹੱਥ ਪਕੜ ਕੇ, ਸਹਾਰਾ ਦੇ ਕੇ ਕੋਈ ਰਸਤਾ ਪਾਰ ਕਰਵਾ ਦੇਵੇ, ਸਹਿਯੋਗੀ ਬਣ ਜਾਏ, ਪਰਉਪਕਾਰ ਹੈ। ਲੇਕਿਨ ਗੁਰੂ ਦੀ ਮੱਤ ਵਿੱਚ ਇਹ ਖੂਬੀ ਹੈ ਕਿ ਅੰਦਰੋਂ ਨੇਤਰਹੀਣ ਹੋ ਚੁੱਕੇ ਭਟਕਦੇ ਲੋਕਾਂ ਨੂੰ ਗਿਆਨ ਦੀ ਅੱਖ ਬਖਸ਼ ਦਿੰਦਾ ਹੈ ਕਿ ਉਹ ਪਾਰਖੂ ਬਿਰਤੀ ਵਾਲੇ ਹੋ ਸੰਸਾਰ ਵਿੱਚ ਵਿਚਰਨ ਤੇ ਕਰਮ ਕਾਂਡ ਪਾਖੰਡ ਭਰਮ ਤੋਂ ਬਚ ਜਾਵਣ। ਅਗਰ ਜੀਵਨ ਅਜੇ ਵੀ ਪਾਖੰਡ ਵਿੱਚ ਹੈ, ਭਰਮ ਵਿੱਚ ਹੈ, ਔਰ ਮਨੁੱਖ ਇਹ ਦਾਵਾ ਵੀ ਕਰਦਾ ਮੈਂ ਗੁਰੂ ਵਾਲਾ ਹਾਂ, ਤਾਂ ਉਹ ਆਪਣੇ ਆਪ ਨੂੰ ਵੀ ਧੋਖੇ ਵਿੱਚ ਰੱਖ ਰਿਹਾ ਹੈ, ਦੂਜਿਆਂ ਨੂੰ ਵੀ ਧੋਖੇ ਵਿੱਚ ਪਾ ਰਿਹਾ ਹੈ। ਨੇਤਰ ਮਿਲ ਗਏ ਹੋਣ ਤਾਂ ਭਟਕਣ ਦਾ ਕੋਈ ਪ੍ਰਸ਼ਨ ਹੀ ਨਹੀਂ। ਅਜੇ ਵੀ ਮਨੂਰ ਵਾਲੀ, ਸੜੇ ਲੋਹੇ ਵਾਲੀ ਹਾਲਤ ਹੈ ਤਾਂ ਪਾਰਸ ਦਾ ਸੰਗ ਨਹੀਂ ਕੀਤਾ ਹੋਵੇਗਾ। ਜਿਸ ਨੇ ਗੁਰਮਤਿ ਪ੍ਰਾਪਤ ਕਰ ਲਈ ਉਹ ਬਦਲੇਗਾ। ਗੁਰਮਤਿ ਸਤ ਕਰ ਕਾਲ ਕੂਟ ਅੰਮ੍ਰਿਤ ਹਵੈ, ਕਾਲ ਮੈਂ ਅਕਾਲ ਭਏ ਅਸਥਿਰ ਕੰਧ ਹੈ। ਗੁਰੂ ਦੀ ਮੱਤ ਵਿੱਚ ਇਹ ਖੂਬੀ ਹੈ ਕਿ ਜ਼ਹਿਰ ਨੂੰ ਅੰਮ੍ਰਿਤ ਵਿੱਚ ਬਦਲ ਦੇਵੇ। ਜਿਵੇਂ ਕੋਈ ਕਾਬਲ ਵੈਦ ਸੰਖੀਏ ਨੂੰ ਮਾਰ ਕੇ ਕੁਸ਼ਤਾ ਬਣਾ ਦੇਵੇ। ਮਾਰਿਆ ਹੋਇਆ ਸੰਖੀਆ ਭਿਅੰਕਰ ਬਿਮਾਰੀਆਂ ਦੇ ਇਲਾਜ ਲਈ ਕੰਮ ਆਉਂਦਾ ਹੈ, ਪਰ ਉਂਝ ਸੰਖੀਆ ਖਾਧਾ ਜਾਏ ਸਿੱਧੀ ਮੌਤ ਹੈ। ਪੂਰਾ ਗੁਰੂ ਜ਼ਹਿਰ ਨੂੰ ਅੰਮ੍ਰਿਤ ਬਣਾ ਦਿੰਦਾ ਹੈ। ਸੰਸਾਰ ਵਿੱਚ ਵਿਚਰਦੇ ਜਦ ਅਸੀਂ ਜੀਵਨ ਜੁਗਤ ਤੋਂ ਹੀਣੇ ਹੋ ਕੇ ਵਿਚਰਦੇ ਹਾਂ, ਇਹੀ ਪਦਾਰਥ ਸਾਡੇ ਅੰਦਰ ਤ੍ਰਿਸ਼ਨਾ ਪੈਦਾ ਕਰ ਲੈਂਦੇ ਨੇ। ਅਸੀਂ ਜ਼ਿੰਦਗੀ ਨੂੰ ਮਾਰ ਰਹੇ ਹਾਂ, ਲੋਭ ਵਿੱਚ, ਤ੍ਰਿਸ਼ਨਾ ਵਿੱਚ, ਹੰਕਾਰ ਵਿੱਚ, ਵੈਰ ਵਿਰੋਧ ਵਿੱਚ ਤੇ ਹੋਰ ਕਿੰਨੇ ਔਗਣਾਂ ਵਿੱਚ। ਪੂਰਾ ਗੁਰੂ ਸੁਭਾਅ ਵਿੱਚ ਤਬਦੀਲੀ ਲਿਆਉਂਦਾ ਹੈ। ਜ਼ਹਿਰ ਨਹੀਂ, ਅੰਮ੍ਰਿਤ ਬਣਾ ਦਿੰਦਾ ਹੈ। ਇਹੀ ਮਾਇਆ ਜ਼ਹਿਰ ਵੀ ਹੋ ਸਕਦੀ ਹੈ, ਇਹੀ ਦੌਲਤ ਅੰਮ੍ਰਿਤ ਦਾ ਕੰਮ ਵੀ ਕਰ ਸਕਦੀ ਹੈ। ਜ਼ਹਿਰ ਬਣਦੀ ਹੈ, ਵਿਕਾਰ ਕਰਕੇ ਕਮਾਉਂਦੇ ਹਾਂ, ਪਾਪ ਕਰਕੇ ਇਕੱਠੀ ਕਰਦੇ ਹਾਂ, ਵਿਕਾਰਾਂ 'ਤੇ ਖਰਚਦੇ ਹਾਂ, ਗੁਨਾਹਾਂ 'ਤੇ ਖਰਚਦੇ ਹਾਂ, ਔਗਣਾਂ 'ਤੇ ਖਰਚਦੇ ਹਾਂ। ਨੇਕੀ ਨਾਲ ਕਮਾਈ ਗਈ ਦੌਲਤ ਫਿਰ ਨੇਕੀ 'ਤੇ ਹੀ ਖਰਚੀ ਗਈ। ਇਹ ਜੀਵਨ ਵਿੱਚ ਇੱਕ ਅੰਮ੍ਰਿਤ ਰਸ ਭਰ ਜਾਏਗੀ। ਗੁਰਮਤਿ ਦਾ ਇਹੀ ਤਾਂ ਅਰਥ ਹੈ। ਪੂਰਾ ਗੁਰੂ ਮੱਤ ਦਿੰਦਾ ਹੈ, ਜੀਵਨ ਦਾ ਰਹੱਸ ਸਮਝਾਉਂਦਾ ਹੈ। ਉਦਮ ਕਰੇਂਦਿਆਂ ਜੀਓ ਤੂੰ, ਕਮਾਉਂਦਿਆਂ ਸੁਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਛੱਡ ਕੇ ਦੌੜਨ ਦੀ ਕੋਈ ਵੀ ਜ਼ਰੂਰਤ ਨਹੀਂ। ਜੁਗਤ ਨਾਲ ਇਸਤੇਮਾਲ ਕਰਨੀ ਆ ਜਾਏ, ਇਹ ਪਰਉਪਕਾਰਾਂ ਵਿੱਚ ਵੀ ਲੱਗਦੀ ਹੈ, ਨੇਕ ਕੰਮਾਂ ਵਿੱਚ ਲਗਾਈ ਜਾ ਸਕਦੀ ਹੈ। ਕਾਲ ਮੈਂ ਅਕਾਲ ਭਏ ਅਸਥਿਰ ਕੰਧ ਹੈ। ਇਹ ਜਿਹੜੀ ਕਾਇਆ ਦੀ ਕੰਧ ਹੈ ਤਾਂ ਕੱਚੀ। ਇਸ ਪੱਖ ਤੋਂ ਤਾਂ ਇਸਨੇ ਦੇਰ ਅਬੇਰ ਇੱਕ ਦਿਨ ਮਿਟਣਾ ਹੀ ਹੈ। ਲੇਕਿਨ ਇਸ ਵਿੱਚ ਇੱਕ ਜੀਵਨ ਹੈ ਜਿਸ ਨੂੰ ਸਦਾ ਦਾ ਬਣਾਇਆ ਜਾ ਸਕਦਾ ਹੈ। ਗੁਰੂ ਦੀ ਮੱਤ ਪੱਲੇ ਬੰਨ੍ਹ ਲਈ ਜਾਏ ਤਾਂ ਉਹ ਅੰਦਰੂਨੀ ਜੀਵਨ ਦੀ ਸਮਝ ਪੈ ਜਾਂਦੀ ਹੈ। ਫਿਰ ਮਨੁੱਖ ਦੇ ਉੱਪਰ ਕਾਲ ਦਾ ਕੋਈ ਜ਼ੋਰ ਨਹੀਂ, ਕਿਉਂਕਿ ਉਸਨੇ ਸਰੀਰ ਨੂੰ ਕੇਵਲ ਇੱਕ ਸਰਾਂ, ਰਹਿਣ ਦਾ ਸਥਾਨ ਕੁਝ ਸਮੇਂ ਲਈ ਜਾਣ ਲਿਆ ਹੈ। ਇੱਥੇ ਮੇਰਾ ਨਿਵਾਸ ਹੈ, ਪਰ ਮੈਂ ਸਰੀਰ ਨਹੀਂ, ਔਰ ਆਤਮਾ ਨੂੰ ਕਾਲ ਮਾਰ ਨਾ ਸਕੇਗਾ। ਗੁਰਮਤਿ ਸਤ ਕਰ ਜੀਵਨ ਮੁਕਤ ਪੈ,
ਮਾਇਆ ਮੈਂ ਉਦਾਸ ਬਾਸ ਬੰਦ ਨਿਰਬੰਧ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰੂ ਦੀ ਮੱਤ ਸੱਤ ਕਰਕੇ ਜਿਨ੍ਹਾਂ ਪੱਲੇ ਬੰਨ੍ਹ ਲਈ, ਉਹਨਾਂ ਦੇ ਜੀਵਨ ਵਿੱਚੋਂ ਇੱਕ ਝਲਕ ਸਾਫ਼ ਦਿਸੇਗੀ। ਨਾ ਉਹ ਪਦਾਰਥਾਂ ਦੇ ਪਿੱਛੇ ਦੌੜਦੇ ਨੇ, ਨਾ ਅੱਗੇ ਦੌੜਦੇ ਨੇ। ਪਦਾਰਥ ਕੁਝ ਨਹੀਂ ਆਖਦੇ ਜੇ ਵਰਤੋਂ ਦੀ ਜਾਂਚ ਹੋਵੇ, ਪਰ ਉਹਨਾਂ ਨੇ ਸੰਸਾਰ ਵਿੱਚ ਨਿਰਲੇਪ ਰਹਿਣ ਦੀ ਜਾਂਚ ਸਿੱਖ ਲਈ ਹੈ। ਜੀਵਨ ਮੁਕਤ ਪਏ। ਦੁਨੀਆ ਦਾ ਕੋਈ ਪਦਾਰਥ, ਕੋਈ ਰਿਸ਼ਤਾ ਉਹਨਾਂ ਨੇ ਬੰਧਨ ਨਹੀਂ ਬਣਨ ਦਿੱਤਾ। ਸੰਸਾਰ ਵਿੱਚ ਵਿਚਰਦੇ ਹੀ ਮੁਕਤ ਹਨ, ਬੰਧਨਾਂ ਤੋਂ ਆਜ਼ਾਦ ਹਨ। ਮਾਇਆ ਮੈਂ ਉਦਾਸ ਬਾਸ ਬੰਧ ਨਿਰਬੰਧ ਹੈ। ਰਹਿੰਦੇ ਨੇ ਮਾਇਆ ਵਿੱਚ, ਘਰ ਗ੍ਰਸਤ ਵਿੱਚ, ਲੇਕਿਨ ਬੰਧਨ ਨਹੀਂ ਬਣਨ ਦਿੰਦੇ। ਪੂਰੇ ਗੁਰੂ ਦੀ ਮੱਤ ਜਿਨ੍ਹਾਂ ਪੱਲੇ ਬੰਨੀ, ਉਹਨਾਂ ਦੀ ਜ਼ਿੰਦਗੀ ਵਿੱਚ ਇਹ ਤਬਦੀਲੀਆਂ ਸੁਭਾਵਿਕ ਹਨ। ਕਬੀਰ ਸਾਹਿਬ ਕਹਿੰਦੇ ਨੇ, ਸਤਿਗੁਰੂ ਪੂਰੇ ਨੇ ਸ਼ਬਦ ਦਾ ਬਾਣ ਮਾਰਿਆ। ਸ਼ਬਦ ਵਿੱਚ ਹੈ ਗੁਰਮਤ। ਉਸ ਗੁਰੂ ਦੀ ਮੱਤ ਨੇ ਮੇਰੀ ਜ਼ਿੰਦਗੀ ਵਿੱਚ ਤਬਦੀਲੀਆਂ ਲੈ ਆਂਦੀਆਂ। ਤਬਦੀਲੀਆਂ ਕੀ ਸਨ? ਇਸ਼ਾਰੇ ਮਾਤਰ ਭਗਤ ਕਬੀਰ ਜੀ ਨੇ ਜ਼ਿਕਰ ਕੀਤਾ ਹੈ। ਕਬੀਰ ਗੂੰਗਾ ਹੁਆ ਬਾਬਰਾ, ਬਾਹਰਾ ਹੁਆ ਕਾਨ, ਪਾਵਹੁ ਤੇ ਪਿੰਗੁਲ ਭਇਆ, ਮਾਰਿਆ ਸਤਿਗੁਰ ਬਾਣ। ਕਹਿੰਦੇ ਨੇ, ਜਦੋਂ ਪੂਰਾ ਗੁਰੂ ਮਿਲਿਆ ਤਾਂ ਸਾਰਾ ਜੀਵਨ ਹੀ ਤਬਦੀਲ ਹੋ ਗਿਆ। ਸ਼ਬਦ ਦੇ ਬਾਣ ਨੇ ਮੇਰੇ ਇੰਦਰੀਆਂ ਦੇ ਸੁਭਾਅ ਵਿੱਚ ਬਹੁਤ ਤਬਦੀਲੀਆਂ ਲਿਆਂਦੀਆਂ। ਪਹਿਲੇ ਇਹ ਜ਼ਬਾਨ ਚੁੱਪ ਹੀ ਨਹੀਂ ਸੀ ਕਰਦੀ, ਪਰ ਹੁਣ ਬਗੈਰ ਲੋੜ ਤੋਂ ਇਹ ਬੋਲਦੀ ਨਹੀਂ। ਨਾ ਨਿੰਦਾ ਕਰਦੀ ਹੈ, ਨਾ ਝੂਠੀਆਂ ਤਾਰੀਫਾਂ ਦੇ ਪੁਲ ਬੰਨ੍ਹਦੀ ਹੈ, ਨਾ ਬੇਲੋੜੀ ਚਰਚਾ ਵਿੱਚ ਪੈਂਦੀ ਹੈ। ਇੱਕ ਤਰ੍ਹਾਂ ਨਾਲ ਇਸ ਪੱਖ ਤੋਂ ਗੁੰਗਾ ਹੀ ਹੋ ਗਿਆ। ਲੋਕ ਬੌਰਾ ਆਖਦੇ ਨੇ, ਇਸ ਗੱਲ ਦੀ ਪਰਵਾਹ ਨਹੀਂ। ਦੁਨੀਆ ਦੀ ਵੀ ਅਜੀਬ ਰੀਤ ਹੈ। ਦਰਅਸਲ ਤਾਂ ਪਾਗਲ ਬੌਰਾ ਉਹ ਹੈ ਜੋ ਬਿਨਾਂ ਲੋੜ ਤੋਂ ਬੋਲਦਾ ਹੈ। ਸਾਡੇ ਬੋਲਣ ਦਾ ਹੀ ਅਸੀਂ ਅੰਦਾਜ਼ਾ ਲਗਾ ਲਈਏ ਤਾਂ ਪਾਗਲਪਣ ਦੀ ਕੋਈ ਨਾ ਕੋਈ ਸਥਿਤੀ ਆਪਣੇ ਅੰਦਰੋਂ ਮਿਲੇਗੀ। ਅਸੀਂ ਪਾਗਲ ਕਿਸ ਨੂੰ ਆਖਦੇ ਹਾਂ? ਬਿਨਾਂ ਲੋੜ ਤੋਂ ਇਕੱਲਾ ਹੀ ਬੋਲੀ ਜਾਂਦਾ ਹੈ। ਭਾਵ ਸਾਡਾ ਇੰਨਾ ਹੀ ਹੈ ਕਿ ਆਲਤੂ ਫਾਲਤੂ ਬੋਲਦਾ ਹੈ, ਇਸ ਦੇ ਬੋਲਣ ਦਾ ਕੋਈ ਅਰਥ ਨਹੀਂ, ਇਸ ਨੂੰ ਚੁੱਪ ਰਹਿਣਾ ਚਾਹੀਦਾ। ਲੇਕਿਨ ਜੋ ਕੁਝ ਅਸੀਂ ਬੋਲਦੇ ਹਾਂ, ਕਦੀ ਧਿਆਨ ਨਾਲ ਸੋਚਿਆ ਹੈ ਕਿ ਉਹ ਸਾਰਾ ਬੋਲਣਾ ਜ਼ਰੂਰੀ ਸੀ? ਮਨੋਵਿਗਿਆਨਕ ਆਖਦੇ ਨੇ, ਮੈਂ ਬਾਰ-ਬਾਰ ਇਸ ਗੱਲ ਨੂੰ ਰਿਪੀਟ ਕਰਦਾ ਹਾਂ ਕਿ ਮਨੁੱਖ 98% ਲੋੜ ਤੋਂ ਬਿਨਾਂ ਬੋਲਦਾ ਹੈ। ਕੇਵਲ 2 ਗੱਲਾਂ ਦੀ ਜ਼ਰੂਰਤ ਸੀ, 100 ਇਸਨੇ ਕੀਤੀਆਂ। 2% ਦਾ ਹੀ ਫਰਕ ਹੈ ਪਾਗਲ ਨਾਲੋਂ, ਬਹੁਤ ਜ਼ਿਆਦਾ ਨਹੀਂ। ਪਰ ਮੂਰਖ ਬਹੁਤ ਬੋਲਦਾ ਹੈ। ਅਜੇ ਪੂਰੀ ਤਰ੍ਹਾਂ ਪਾਗਲ ਨਹੀਂ, ਅਸੀਂ ਮੂਰਖ ਆਖਦੇ ਨੇ। ਪਰ ਜਿਹੜੇ ਬਹੁਤਾ ਬੋਲਣ ਵਾਲੇ ਸਮਾਜ ਦੇ ਅੰਗ ਨੇ, ਉਹ ਜਿਸ ਵਿਅਕਤੀ ਨੇ ਚੁੱਪ ਧਾਰਨ ਕਰ ਲਈ ਹੈ ਕਿ ਬਿਨਾਂ ਲੋੜ ਤੋਂ ਬੋਲਣਾ ਨਹੀਂ, ਉਹ ਉਸ ਨੂੰ ਬੌਰਾ ਆਖਦੇ ਨੇ ਕਿ ਬੌਰਾ ਹੋ ਗਿਆ ਹੈ, ਕੋਈ ਗੱਲਬਾਤ ਹੀ ਨਹੀਂ ਕਰਦਾ, ਜਾਂ ਇਸ ਨੂੰ ਸਮਝ ਹੀ ਨਹੀਂ ਹੋਵੇਗੀ। 20 ਅੰਦਾਜ਼ੇ ਅਸੀਂ ਲਗਾਉਂਦੇ ਹਾਂ, ਹਾਲਾਂਕਿ ਉਹਨਾਂ ਅੰਦਾਜ਼ਿਆਂ ਵਿੱਚੋਂ ਅਸਾਂ ਪਾਉਣਾ ਕੁਝ ਨਹੀਂ, ਪਰ ਦੂਜਿਆਂ ਬਾਰੇ ਸੋਚਣਾ ਸਾਡੀ ਆਦਤ ਦਾ ਹਿੱਸਾ ਬਣ ਚੁੱਕਾ ਹੈ। ਫਿਰ ਇਸ ਦੇ ਉਲਟ ਇੱਕ ਅਵਸਥਾ ਹੈ, ਕਿਉਂਕਿ ਬਹੁਤਾ ਬੋਲਣਾ ਚੰਗਾ ਨਹੀਂ। ਬਹੁਤਾ ਬੋਲਣ ਵਿੱਚੋਂ ਲੱਖ ਝੰਜਟਾਂ ਪੈਦਾ ਹੁੰਦੀਆਂ ਨੇ।
ਲੱਖ ਝਗੜੇ ਖੜੇ ਹੁੰਦੇ ਨੇ, ਵਾਦ ਵਿਵਾਦ ਖੜਾ ਹੁੰਦਾ ਹੈ, ਦੁਸ਼ਮਣੀਆਂ ਪੈਂਦੀਆਂ ਨੇ। ਜਿਸ ਆਦਮੀ ਨੇ ਬਿਨਾਂ ਮਤਲਬ ਤੋਂ, ਬਿਨਾਂ ਜ਼ਰੂਰਤ ਤੋਂ ਕੋਈ ਗੱਲ ਕਰਨੀ ਨਹੀਂ, ਉਸ ਦੀ ਜ਼ਿੰਦਗੀ ਵਿੱਚ ਝੰਜਟ ਬਹੁਤ ਘੱਟ ਹੋ ਜਾਏਗੀ। ਘੱਟ ਕੀ, ਸਮਾਪਤ ਹੀ ਹੋ ਜਾਏਗੀ। ਲੋੜ ਨਹੀਂ ਬੋਲਣ ਦੀ। ਕਾਸ਼ ਇਹ ਮਨੁੱਖ ਕੇਵਲ ਲੋੜ ਲਈ ਬੋਲੇ ਤਾਂ ਜਿਸ ਗੱਲ ਦੀ ਅਸੀਂ ਚਿੰਤਾ ਕਰਦੇ ਹਾਂ ਕਿ ਵਾਯੂਮੰਡਲ ਵੌਇਸ ਪ੍ਰਦੂਸ਼ਣ ਨਾਲ ਭਰ ਗਿਆ ਹੈ, ਇਸ ਤੋਂ ਵੀ ਦੁਨੀਆ ਦਾ ਬਚਾਅ ਹੋ ਸਕੇ। ਭਗਤ ਬਿਨਾਂ ਲੋੜ ਤੋਂ ਨਹੀਂ ਬੋਲਦਾ, ਆਪਣੇ ਰਸ ਵਿੱਚ ਮਗਨ ਹੈ। ਜਿਹੜਾ ਦੂਜਾ ਵਰਗ ਹੈ ਜੀ, ਬੋਲਣਾ ਬੁਰਾ ਹੈ, ਮੌਨੀ ਬਣ ਗਏ ਨੇ ਕਿ ਬੋਲਣਾ ਹੀ ਨਹੀਂ ਹੈ। ਇਹ ਵੀ ਕੋਈ ਸਿਆਣਪ ਦੀ ਗੱਲ ਨਹੀਂ। ਗੁਰਮਤਿ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਜੇ ਪਾਈਐ ਚੁੱਪ ਕੀਤਿਆਂ ਪਸ਼ੂਆਂ ਜੜ ਹਾਸੀ। ਪਸ਼ੂ ਕਿਹੜਾ ਬੋਲਦੇ ਹਨ, ਕਿਤੇ ਕਤਾਈ ਅੜਿੰਗ ਲਿਆ, ਇਹ ਕੋਈ ਬੋਲਣਾ ਥੋੜ੍ਹੀ ਹੈ। ਬਹੁਤ ਕੁਝ ਹੈ ਇਸ ਦੁਨੀਆ ਵਿੱਚ ਜੋ ਆਵਾਜ਼ ਕਰਨ ਦੇ ਸਮਰੱਥ ਨਹੀਂ। ਗੂੰਗਾ ਕੋਈ ਭਗਤ ਥੋੜ੍ਹੀ ਹੋ ਜਾਂਦਾ ਹੈ। ਬਿਨਾਂ ਲੋੜ ਤੋਂ ਬੋਲਣਾ ਬੁਰਾ ਹੈ, ਲੋੜ ਵੇਲੇ ਬੋਲਣਾ ਚਾਹੀਦਾ ਹੈ। ਪਰਮਾਤਮਾ ਨੇ ਜ਼ਬਾਨ ਦਿੱਤੀ ਹੈ, ਇਸ ਦਾ ਠੀਕ ਇਸਤੇਮਾਲ ਇਹੀ ਹੈ ਕਿ ਬਿਨਾਂ ਲੋੜ ਤੋਂ ਬੋਲੇ ਨਾ, ਜ਼ਰੂਰਤ ਵੇਲੇ ਜ਼ਰੂਰ ਬੋਲੇ। ਪਰ ਲੋਕ ਐਸੇ ਮਨੁੱਖ ਨੂੰ ਆਮ ਤੌਰ 'ਤੇ ਬੌਰਾ ਆਖਣ ਲੱਗ ਪੈਂਦੇ ਨੇ। ਦੁਨੀਆ ਦੀ ਪਰਵਾਹ ਨਾ ਕਰੇ। ਲੋਕਾਂ ਤਾਂ ਕਬੀਰ ਜੀ ਨੂੰ ਵੀ ਬੌਰਾ ਆਖਿਆ। ਉਹ ਆਖਣ ਲੱਗੇ, ਮੇਰਾ ਦੋਸ਼ ਕੀ ਹੈ ਲੋਕਾਂ ਦੀਆਂ ਨਿਗਾਹਾਂ ਵਿੱਚ? ਕੇਵਲ ਇੰਨਾ ਕਿ ਜਿਸ ਨਗਰੀ ਵਿੱਚ ਮੈਂ ਵਸਦਾ ਹਾਂ, ਇੱਥੇ ਵਸਣ ਵਾਲੇ ਧਾਰਮਿਕ ਦੁਨੀਆ ਦੇ ਆਗੂ ਪੁਸਤਕਾਂ ਪੜ੍ਹ ਕੇ ਇੱਕ ਦੂਜੇ ਨਾਲ ਵਾਦ ਵਿਵਾਦ ਕਰ ਰਹੇ ਨੇ। ਮੈਂ ਇਸ ਵਿੱਚ ਨਹੀਂ ਪੈਂਦਾ। ਮੈਂ ਸਿੱਧੇ ਤੌਰ 'ਤੇ ਜਿੱਥੇ ਪਾਖੰਡ ਦੇਖਦਾ ਹਾਂ, ਚੋਟ ਕਰਦਾ, ਵਿਧਾਨ ਦੀ ਚੋਟ ਕਰਦਾ, ਸੁਨਿਆਰ ਦੀ ਨਹੀਂ, ਲੋਹਾਰ ਦੀ ਚੋਟ ਕਰਨਾ। ਇਹ ਇੱਕ ਦੂਜੇ ਨਾਲ ਹਰ ਵੇਲੇ ਬਹਿਸ ਵਿੱਚ ਨੇ। ਮੈਂ ਇਸ ਵਿੱਚ ਪੈਂਦਾ ਨਹੀਂ। ਲੋਕ ਆਖਦੇ ਨੇ ਬੌਰਾ। ਵਿਦਿਆ ਨਾ ਪਰੋਂ ਬਾਦ ਨਹੀਂ ਜਾਣੋ। ਮੈਂ ਵਾਦ ਵਿਵਾਦ ਵਿੱਚ ਪੈਣਾ ਜਾਣਦਾ ਹੀ ਨਹੀਂ। ਹਾਂ, ਬੋਲਦਾ ਹਾਂ, ਪਰ ਹਰੀ ਦੇ ਗੁਣ। ਹਰ ਗੁਣ ਕਥਤ ਸੁਨਤ ਬੌਰਾਨੋ। ਲੋਕਾਂ ਦੀਆਂ ਨਿਗਾਹਾਂ ਵਿੱਚ ਫਿਰ ਬੌਰਾ। ਮੇਰੇ ਬਾਬਾ ਮੈਂ ਬੌਰਾ। ਚਲੋ ਇੰਝ ਹੀ ਸਹੀ, ਸਭ ਖਲਕ ਸਿਆਣੀ, ਮੈਂ ਬੌਰਾ। ਮੈਂ ਬਿਗੜਿਓ ਬਿਗੜੈ ਮਤ ਔਰਾ। ਲੋਕ ਮੈਨੂੰ ਬੌਰਾ ਹੀ ਨਹੀਂ, ਬਿਗੜਿਆ ਵੀ ਆਖਦੇ ਨੇ, ਪਰ ਮੈਂ ਆਖਣਾ ਇੰਝ ਹੀ ਸਹੀ। ਜੋ ਤੁਸੀਂ ਮਹਿਸੂਸ ਕਰਦੇ ਤੇ ਆਖਦੇ ਹੋ, ਤੁਹਾਨੂੰ ਮੁਬਾਰਕ, ਪਰ ਮੈਂ ਇਸ ਅਵਸਥਾ ਵਿੱਚ ਪ੍ਰਸੰਨ ਹਾਂ। ਕਬੀਰ ਜੀ ਇਸ ਸ਼ਲੋਕ ਵਿੱਚ ਦੱਸਦੇ ਹਨ ਕਿ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਦਾ ਬਾਣ ਲੱਗ ਗਿਆ ਹੈ, ਉਸ ਦੇ ਬੋਲਣ ਵਿੱਚ ਫਰਕ ਆ ਗਿਆ ਹੈ। ਫਰਕ ਇਹੀ ਕਿ ਆਲਤੂ ਫਾਲਤੂ ਨਿੰਦਾ ਵਕੀਲੀ ਵਿੱਚੋਂ ਨਹੀਂ ਪੈਂਦਾ। ਬਾਹਰਾ ਹੁਆ ਕਾਨ, ਨਾ ਉਸ ਦੇ ਕੰਨ ਉਸਤਤ ਨਿੰਦਿਆ ਸੁਣਦੇ ਹਨ। ਆਲਤੂ ਫਾਲਤੂ ਗੱਲਬਾਤ ਸੁਣਨ ਵਿੱਚ ਵੀ ਉਸ ਨੂੰ ਕੋਈ ਰਸ ਨਹੀਂ। ਭਗਤ ਨੂੰ ਕੀ ਜ਼ਰੂਰਤ ਹੈ ਕਿ ਬਕਵਾਸ ਦੇ ਗੀਤ ਵੀ ਭਾਵੇਂ ਸੰਗੀਤ ਨਾਲ ਭਰਪੂਰ ਹੋਣ, ਉਹ ਸੁਣ ਕੇ ਆਪਣਾ ਸਮਾਂ ਬਰਬਾਦ ਕਰੇ ਔਰ ਬਿਰਤੀ ਨੂੰ ਖਰਾਬ ਕਰੇ? ਕਦੀ ਨਹੀਂ। ਬਾਹਰਾ ਹੁਆ ਕਾਨ। ਜਿੱਥੇ ਸਰੀਰਕ ਤੌਰ 'ਤੇ ਇਹ ਸੱਤ ਹੈ, ਉੱਥੇ ਮਾਨਸਿਕ ਤੌਰ 'ਤੇ ਹੋਰ ਵੀ ਵਧੇਰੇ ਸੱਤ ਹੈ। ਅਸੀਂ ਇੱਕ ਅਵਸਥਾ ਦੇਖਦੇ ਹਾਂ ਕਿ ਸਾਡੀ ਜ਼ੁਬਾਨ ਲੋੜ ਤੋਂ ਬਿਨਾਂ ਬੋਲਦੀ ਹੈ। ਠੀਕ, ਨਹੀਂ ਬੋਲਣਾ ਚਾਹੀਦਾ, ਲੇਕਿਨ ਗੁਰੂ ਦੇ ਸ਼ਬਦ ਦਾ ਬਾਣ ਹਿਰਦੇ 'ਤੇ ਲੱਗਾ ਹੈ
ਤੇ ਜੇ ਅੰਦਰਲੀ ਅਵਸਥਾ ਨੂੰ ਗੌਰ ਨਾਲ ਦੇਖੀਏ ਤਾਂ ਕਈ ਵਾਰੀ ਜ਼ੁਬਾਨ ਚੁੱਪ ਹੁੰਦੀ ਏ ਪਰ ਮਨ ਬੋਲਦਾ ਹੁੰਦਾ ਹੈ। ਆਦਮੀ ਧਿਆਨ ਨਾਲ ਦੇਖੇ ਤਾਂ ਹੈਰਾਨ ਹੋਵੇਗਾ ਕਿ ਇਕੱਲਾ ਬੈਠਾ ਹਾਂ, ਲੇਕਿਨ ਅੰਦਰ ਗੱਲਬਾਤ ਫਿਰ ਵੀ ਚੱਲ ਰਹੀ ਹੈ। ਉਸ ਨੂੰ ਆਖਦੇ ਨੇ ਏਕਾਲਾਪ, ਇਕੱਲੇ ਦਾ ਵਾਰਤਾਲਾਪ ਚੱਲ ਰਿਹਾ ਹੈ। ਮਨੁੱਖ ਦੇਖਦਾ ਨਹੀਂ, ਜੇ ਧਿਆਨ ਨਾਲ ਦੇਖੇ ਤਾਂ ਹੈਰਾਨ ਹੋਵੇਗਾ ਕਿ ਜ਼ੁਬਾਨ ਚੁੱਪ ਹੈ, ਮੂੰਹ ਬੰਦ ਹੈ, ਲੇਕਿਨ ਆਦਮੀ ਫਿਰ ਵੀ ਬੋਲਦਾ ਹੈ, ਆਪਣੇ ਅੰਦਰ ਹੀ ਬੋਲੀ ਜਾ ਰਿਹਾ ਹੈ। ਲੱਖ ਤਾਣੇ ਬਾਣੇ ਬੁਣਦਾ ਹੈ, ਲੱਖ ਦਲੀਲਾਂ ਬਣਾਉਂਦਾ ਹੈ, ਲੇਕਿਨ ਜਿਸ ਦੇ ਸ਼ਬਦ ਦਾ ਬਾਣ ਮਨ ਤੇ ਲੱਗ ਚੁੱਕਾ ਹੋਵੇ ਉਹ ਨਾ ਬੋਲਦਾ ਹੈ ਫਾਲਤੂ, ਮਨ ਵੀ ਨਹੀਂ ਬੋਲਦਾ। ਕੇਵਲ ਬਾਹਰਲੀ ਜ਼ਬਾਨ ਦੀ ਹੀ ਗੱਲ ਨਹੀਂ, ਉਸ ਦੇ ਮਨ ਅੰਦਰ ਵੀ ਇੱਕ ਸ਼ਾਂਤੀ ਹੈ, ਧੀਰਜ ਹੈ, ਟਿਕਾਓ ਹੈ। ਕੋਈ ਆਲਤੂ ਫਾਲਤੂ ਲਹਿਰਾਂ ਨਹੀਂ ਉੱਠਦੀਆਂ ਗੱਲਾਂ ਬਾਤਾਂ ਦੀਆਂ, ਵਿਚਾਰਾਂ ਦੀਆਂ। ਨਾ ਸੁਣਦਾ ਹੀ ਹੈ, ਆਲਤੂ ਫਾਲਤੂ ਗੱਲਾਂ ਸੁਣਨ ਵੱਲ ਵੀ ਉਸ ਦਾ ਕੋਈ ਧਿਆਨ ਨਹੀਂ। ਹਿਰਦੇ ਵਿੱਚ ਗੁਰੂ ਸ਼ਬਦ ਦਾ ਬਾਣ ਲੱਗੇ ਤਾਂ ਇਹ ਤਬਦੀਲੀ ਆਉਣੀ ਸੁਭਾਵਿਕ ਹੈ, ਲਾਜ਼ਮੀ ਹੈ, ਆਏਗੀ ਹੀ। ਕਬੀਰ ਗੂੰਗਾ ਹੁਆ ਬਾਵਰਾ, ਬਹਰਾ ਹੁਆ ਕਾਨ, ਬੋਲਾ ਹੀ ਹੋ ਗਿਆ। ਪਾਵਹ ਤੇ ਪਿੰਗੁਲ ਭਇਆ, ਪੈਰਾਂ ਤੋਂ ਪਿੰਗੁਲਾ ਬਣ ਗਿਆ, ਲੂਲਾ ਹੋ ਗਿਆ, ਜੋ ਚੱਲ ਨਾ ਸਕੇ। ਸਾਡੀ ਯਾਤਰਾ ਕੇਵਲ ਇਹਨਾਂ ਪੈਰਾਂ ਨਾਲ ਹੀ ਨਹੀਂ। ਸਭ ਤੋਂ ਪਹਿਲੀ ਗੱਲ ਤਾਂ ਇਹ, ਬਾਹਰੂਨੀ ਦੁਨੀਆ ਵਿੱਚ ਗੁਰੂ ਦੀ ਮੱਤ ਤੇ ਚੱਲਣ ਵਾਲਾ ਮਨੁੱਖ, ਉਸ ਦੇ ਕਦਮ ਕੁਸੰਗਤ ਵੱਲ ਚੱਲ ਕੇ ਨਹੀਂ ਜਾਣਗੇ। ਜਿਹੜੀ ਦੌੜ ਭੱਜ ਵਿੱਚ ਅਸੀਂ ਆਮ ਤੌਰ ਤੇ ਫਿਰਨੇ ਹਾਂ, ਭਗਤ ਇਸ ਤੋਂ ਮੁਕਤ ਹੈ। ਉਸ ਦੀ ਯਾਤਰਾ ਹੀ ਬਦਲ ਗਈ। ਉਹ ਮੰਦੇ ਕਰਮ ਵੱਲ ਇੱਕ ਕਦਮ ਵੀ ਨਹੀਂ ਵਧਾਏਗਾ, ਉਧਰੋਂ ਲੂਲਾ ਹੋ ਗਿਆ, ਪਿੰਗੁਲਾ ਹੋ ਗਿਆ। ਲੇਕਿਨ ਇਸ ਪਿੰਗੁਲੇ ਵਿੱਚ ਇੱਕ ਬੜੀ ਵੱਡੀ ਕਰਾਮਾਤ ਭਰ ਗਈ ਹੈ। ਇਹ ਉਸ ਬੁਲੰਦੀ ਤੇ ਚੜ੍ਹ ਜਾਂਦਾ ਹੈ ਜੋ ਪ੍ਰਮਾਤਮਾ ਦੀ ਬੁਲੰਦੀ ਹੈ, ਉਚਾਈ ਹੈ, ਸੁਰਤ। ਹੁਣ ਅੰਦਰਲੀ ਸੁਰਤ ਵੀ ਇੱਧਰ ਉੱਧਰ ਘੁੰਮਦੀ ਨਹੀਂ, ਅੰਦਰਲੇ ਪੈਰਾਂ ਵੱਲੋਂ ਵੀ ਇਹ ਲੂਲਾ ਹੋ ਗਿਆ ਹੈ। ਉਹ ਬੜਾ ਜ਼ਰੂਰੀ ਹੈ, ਕਿਉਂਕਿ ਅਸੀਂ ਦੇਖਦੇ ਹਾਂ ਚੌਂਕੜਾ ਮਾਰ ਕੇ ਮਨੁੱਖ ਬੈਠਾ ਹੋਇਆ ਹੈ, ਪਰ ਮਨ ਤਾਂ ਦੌੜਿਆ ਹੀ ਫਿਰਦਾ ਹੈ। ਦੌੜ ਭੱਜ ਜਿਉਂ ਦੀ ਤਿਉਂ ਲੱਗੀ ਹੋਈ ਹੈ। ਚੌਂਕੜਾ ਮਾਰ ਕੇ ਬੈਠਾ ਤਾਂ ਫਿਰ ਜਾਗਦਾ ਹੋਵੇਗਾ, ਇਹ ਸੁੱਤਾ ਹੋਇਆ ਵੀ ਦੌੜਿਆ ਫਿਰਦਾ ਹੈ ਸੁਪਨਿਆਂ ਵਿੱਚ। ਸੁਪਨੇ ਵਿੱਚ ਵੀ ਚੈਨ ਨਹੀਂ। ਭਗਤ ਜਾਗਦਾ ਵੀ ਹੈ ਤਾਂ ਮਨ ਅੰਦਰ ਕੋਈ ਦੌੜ ਨਹੀਂ, ਉਹ ਸ਼ਬਦ ਦੇ ਟਿਕਾ ਵਿੱਚ ਹੈ। ਅਗਰ ਇਹ ਤਬਦੀਲੀਆਂ ਆ ਗਈਆਂ ਨੇ ਤਾਂ ਆਪਾਂ ਵਿਚਾਰ ਪ੍ਰਾਰੰਭ ਕੀਤੀ ਸੀ, ਫਿਰ ਸੱਚਮੁੱਚ ਗੁਰੂ ਵਾਲੇ ਹੋ। ਕਬੀਰ ਜੀ ਨੇ ਆਖਿਆ, ਤਾਂ ਜਾਣਿਓ ਕਿ ਗੁਰੂ ਦਾ ਮਿਲਾਪ ਬਣ ਗਿਆ ਹੈ, ਗੁਰੂ ਧਾਰਨ ਤੁਸਾਂ ਕਰ ਲਿਆ ਹੈ। ਅਗਰ ਇਹ ਤਬਦੀਲੀਆਂ ਆ ਗਈਆਂ ਹੋਣ, ਫਿਰ ਤਾਂ ਸੱਚਮੁੱਚ ਸ਼ਬਦ ਦਾ ਬਾਣ ਲੱਗ ਚੁੱਕਾ ਹੈ। ਅਗਰ ਤਬਦੀਲੀਆਂ ਨਹੀਂ ਆਈਆਂ ਤੇ ਫਿਰ ਤੁਹਾਡੀ ਦਾਅਵੇਦਾਰੀ ਵਿੱਚ ਕੋਈ ਕਮੀ ਹੈ, ਕਮਜ਼ੋਰੀ ਹੈ, ਬੇਈਮਾਨੀ ਹੈ। ਕਬੀਰ ਗੂੰਗਾ ਹੁਆ ਬਾਵਰਾ, ਬਹਰਾ ਹੁਆ ਕਾਨ, ਪਾਵਹੁ ਤੇ ਪਿੰਗੁਲ ਭਇਆ, ਮਾਰਿਆ ਸਤਿਗੁਰ ਬਾਨ। कबीर सतगुर सूर में बाह्या बान जो एक, लागत ही भोए गिर परया, परा करे जे छेक। सतगुरु पूरे ने शब्द दा बाण मारिया। बाण एक लगा, तीर एक लगा, कलेजे विच छेक कर गया।
ਸਭ ਦੌੜ ਭੱਜ ਇਸ ਦੀ ਸਮਾਪਤ ਹੋ ਗਈ। ਅੰਦਰਲੀਆਂ ਦੌੜਾਂ ਮਿਟ ਗਈਆਂ, ਬਾਹਰ ਦੀਆਂ ਵੀ ਮਿਟ ਗਈਆਂ। ਟਿਕਾਓ ਆ ਗਿਆ, ਔਰ ਟਿਕਾਓ ਇਸ ਗੱਲ ਦੀ ਖਬਰ ਹੈ ਕਿ ਇੱਥੇ ਕੋਈ ਗਹਿਰਾਈ ਆ ਗਈ ਹੈ। ਤੁਸੀਂ ਕਦੀ ਚੱਲਦੇ ਦਰਿਆਵਾਂ ਦੇ ਵਹਿਣਾਂ ਨੂੰ ਗੌਰ ਨਾਲ ਡਿੱਠਾ ਹੋਵੇ, ਦੇਖਿਆ ਹੋਵੇ। ਜਿੰਨਾ ਪਾਣੀ ਉਥਲਾ ਉਥਲਾ ਹੈ, ਬਹੁਤ ਡੂੰਘਾ ਨਹੀਂ, ਓਨਾ ਦਰਿਆ ਦੇ ਵਹਿਣ ਦਾ ਸ਼ੋਰ ਸ਼ਰਾਬਾ ਵਧੇਰੇ ਹੋਵੇਗਾ। ਜਿਤਨੀ ਡੂੰਘਾਈ ਵੱਧਦੀ ਜਾਏਗੀ, ਉਤਨਾ ਪਾਣੀ ਦੇ ਵਹਿਣ ਦਾ ਸ਼ੋਰ ਸ਼ਰਾਬਾ ਘਟਦਾ ਜਾਏਗਾ। ਇਸ ਲਈ ਸਿਆਣੇ ਲੋਕ ਦਰਿਆ ਪਾਰ ਕਰਨ ਵੇਲੇ, ਨਦੀ ਪਾਰ ਕਰਨ ਵੇਲੇ ਜੇ ਤੁਰ ਕੇ ਵੀ ਲੰਘਣਾ ਹੋਵੇ ਤਾਂ ਖਿਆਲ ਰੱਖਿਆ ਕਰਦੇ ਸਨ, ਇੱਥੇ ਸ਼ੋਰ ਸ਼ਰਾਬਾ ਵਧੇਰੇ ਹੈ ਪਾਣੀ ਦਾ, ਇੱਥੇ ਪਾਣੀ ਡੂੰਘਾ ਨਹੀਂ, ਇੱਥੋਂ ਲੰਘ ਜਾ। ਜਿਤਨਾ ਸ਼ਾਂਤ ਜਾਪੇ ਪਾਣੀ ਦੀ ਆਵਾਜ਼ ਹੀ ਨਾ ਸੁਣਾਈ ਦੇਵੇ, ਉਤਨਾ ਖਤਰਾ ਹੈ ਪਾਣੀ ਡੂੰਘਾ ਹੋਵੇਗਾ। ਗਹਿਰਾਈਆਂ ਨੇ। ਇਉਂ ਹੀ ਜਿਸ ਮਨੁੱਖ ਦੇ ਅੰਦਰ ਗਹਿਰਾਈ ਹੈ, ਉਸ ਦੇ ਅੰਦਰ ਇੱਕ ਸ਼ਾਂਤੀ ਹੈ। ਇੱਕ ਸਿਆਣੇ ਨੇ ਬੜੀਆਂ ਪਿਆਰੀਆਂ ਪੰਕਤੀਆਂ ਲਿਖੀਆਂ ਹਨ। ਉਹ ਆਖਦਾ ਹੈ, ਕਹਿ ਰਹਾ ਹੈ ਸ਼ੋਰੇ ਦਰਿਆ ਸੇ ਸਮੁੰਦਰ ਕਾ ਸਕੂਤ। ਇੱਕ ਪਾਸੇ ਦਰਿਆ ਦਾ ਵਹਿੰਦਾ ਪਾਣੀ ਸ਼ੋਰ ਸ਼ਰਾਬਾ ਕਰ ਰਿਹਾ ਹੈ, ਦੂਜੇ ਪਾਸੇ ਸ਼ਾਂਤ ਸਮੁੰਦਰ ਹੈ। ਸਮੁੰਦਰ ਦੀ ਸ਼ਾਂਤੀ ਕੋਈ ਖਬਰ ਦੇ ਰਹੀ ਹੈ, ਸਬਕ ਦੇ ਰਹੀ ਹੈ। कह रहा है शोरे दरिया से समुंदर का सुकूत, जिसका जितना ज़र्फ है उतना ही वो खामोश है। जिस दी जिन्नी गहराई है भाई, वो ओना खामोश होवेगा। मूर्ख बहुत बोलदा है, अर्थ कुछ भी नहीं होंदा। सियाणा एक गल कर देवे ਤੇ ਵਿਚਾਰਵਾਨ ਲੋਕ ਜ਼ਿੰਦਗੀ ਪਰ ਉਸ ਦੇ ਅਰਥ ਕਰਦਿਆਂ ਲੰਘਾ ਦਿੰਦੇ ਨੇ, ਗਹਿਰਾਈ ਮਾਪੀ ਨਹੀਂ ਜਾਂਦੀ। ਪਰ ਇਹ ਆਮ ਸਮਾਜ ਦੀ ਦੁਨੀਆ ਵਿੱਚ ਕਬੀਰ ਸਾਹਿਬ ਕਹਿੰਦੇ ਨੇ, ਆਦਮੀ ਬੋਰਾ ਪ੍ਰਤੀਤ ਹੁੰਦਾ ਹੈ, ਕਿਉਂਕਿ ਉਹ ਇਸ ਸ਼ੋਰ ਸ਼ਰਾਬੇ ਦਾ ਹਿੱਸਾ ਨਹੀਂ ਬਣਦਾ। ਜਦੋਂ ਗੱਲ ਗਹਿਰਾਈ ਤੇ ਪਹੁੰਚ ਗਈ, ਸ਼ਾਂਤੀ ਟਿਕਾ ਬਣੇਗਾ। मदरसे तक ही थी बहस आराइयाँ, चुप लगी जब बात की तह पा गए। जिन्हां ने गल दी तह नूं जान लिया, ਉਹ ਫਿਰ ਬਹਿਸ ਮੁਬਾਹਿਸਿਆਂ ਵਿੱਚ ਨਹੀਂ ਪੈਂਦੇ, ਆਨੰਦ ਦੇ ਵਿੱਚ ਮਗਨ ਰਹਿੰਦੇ ਹਨ। ਫਿਰ ਇੱਕ ਮਸਤੀ ਹੈ, ਹੁਦੂਦ-ਏ ਕੂਚਾ-ਏ महबूब है वहीं से शुरू, जहाँ से पढ़ने लगे पाव डगमगाए हुए। लोक बौरा आखण परवाह नहीं, पर चित्त विच छेक कर गया ये बाण। जिंदगी बदल गई, लागत ही भोए गिर परिया। ना मेरी वो दौड़ है जिस दौड़ विच दुनिया दौड़ी फिरदी है। ਇਸ ਦਾ ਅਰਥ ਇਹ ਨਹੀਂ ਕਿ ਭਗਤ ਮਿਹਨਤ ਨਹੀਂ ਕਰਦਾ, ਕਿ ਕਿਰਤ ਛੱਡ ਬੈਠਦਾ ਹੈ, ਕਿ ਵਿਹਲੜ ਬਣ ਜਾਂਦਾ ਹੈ। ਨਹੀਂ, ਉਸ ਦੌੜ ਦਾ ਅਰਥ ਕੁਝ ਹੋਰ ਹੈ। ਜਿਹੜੀ ਦੌੜ ਸਾਡੇ ਮਨ ਨੇ ਲਗਾ ਰੱਖੀ ਹੈ, ਜਾਗਦਿਆਂ ਵੀ ਸੁਪਨਿਆਂ ਵਿੱਚ ਵੀ, ਕਦੀ ਸੰਤੁਸ਼ਟੀ ਨਹੀਂ। ਭਗਤ ਕਿਰਤ ਕਰਦਾ ਹੈ, ਉਸ ਵਿੱਚ ਸੰਤੁਸ਼ਟ ਰਹਿਣਾ ਵੀ ਜਾਣਦਾ ਹੈ। ਉਸ ਦੇ ਮਨ ਦੀ ਦੌੜ ਭੱਜ ਸਮਾਪਤ ਹੋ ਗਈ। ਨਾ ਉਹ ਬਹੁਤਾ ਬੋਲਦਾ ਹੈ, ਬਹੁਤਾ ਬੋਲਣ ਨੂੰ ਬਾਣੀ ਅੰਦਰ ਝੱਖਾਂ ਮਾਰਨਾ ਆਖਿਆ ਹੈ। ਭਗਤ ਜੇ ਗੂੰਗਾ ਹੁਆ ਹੈ ਤਾਂ ਇਹ ਉਸ ਦੀ ਚੰਗੀ ਕਿਸਮਤ ਹੈ। ਜ਼ੁਬਾਨ ਕੰਮ ਕਰਦੀ ਏ ਪਰ ਬਿਨਾਂ ਲੋੜ ਤੋਂ ਨਹੀਂ ਬੋਲਦਾ। ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣੈ ਸਭ ਸੋਏ। ਕਬੀਰ ਜੀ ਕਹਿੰਦੇ ਨੇ, ਪਰ ਇਹ ਕਰਾਮਾਤ ਸੀ ਪੂਰੇ ਗੁਰੂ ਦੇ ਸ਼ਬਦ ਦੇ ਬਾਣ ਦੀ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ,
ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇਜੇ ਛੇਕ। ਮੇਰਾ ਹਿਰਦਾ ਵਿੰਨਿਆ ਗਿਆ, ਹਿਰਦੇ ਵਿੱਚ ਛੇਕ ਪੈ ਗਿਆ, ਸੁਰਾਖ ਹੋ ਗਿਆ। ਤੀਰ ਅੰਦਰ ਅਣਿਆਲਾ ਬਾਣ ਧੱਸ ਗਿਆ, ਨਿਕਲੇਗਾ ਨਹੀਂ। ਅਣੀਆਂ ਵਾਲੇ ਬਾਣ ਦੀ ਇਹੀ ਖੂਬੀ ਹੁੰਦੀ ਹੈ, ਬਾਹਰ ਨਹੀਂ ਕੱਢਿਆ ਜਾ ਸਕਦਾ। ਕੱਢੋਗੇ ਸਭ ਆਂਦਰਾਂ ਨਾਲ, ਕਿਉਂਕਿ ਅਣੀਆਂ ਹਨ, ਨੁਕੀਲਾ ਹੈ। ਗੁਰੂ ਦੇ ਸ਼ਬਦ ਦਾ ਬਾਣ ਅੰਦਰ ਧੱਸ ਗਿਆ। ਹੁਣ ਮੇਰੀ ਦੌੜ ਭੱਜ ਮਨ ਦੀ ਸਮਾਪਤ ਹੋ ਗਈ। ਇੱਕ ਬਾਣ ਕਾਫੀ ਹੈ। ਜ਼ਿੰਦਗੀ ਨੂੰ ਬਦਲਣ ਵਾਸਤੇ ਗੁਰੂ ਦਾ ਇੱਕ ਬਚਨ ਵੀ ਹਿਰਦੇ ਤੱਕ ਪਹੁੰਚਣ ਦੇਵੀਏ ਤਾਂ ਜ਼ਿੰਦਗੀ ਬਦਲੇਗੀ। ਲੋਕ ਬੌਰਾ ਆਖਣ ਪਰਵਾਹ ਨਹੀਂ, ਦੁਨੀਆ ਦੇ ਸਰਟੀਫਿਕੇਟਸ ਅਗਾਂਹ ਕੰਮ ਨਹੀਂ ਆਉਂਦੇ। ਇਸ ਬੌਰੇਪਣ ਦੀ ਮਸਤੀ ਦੁਨੀਆ ਦੀਆਂ ਹੋਸ਼ਾਂ ਨਾਲੋਂ ਕਿਤੇ ਕੀਮਤੀ ਹੈ। ਇਹ ਰੱਬੀ ਪ੍ਰੇਮ ਵਿੱਚ ਲੀਨ ਹੋਇਆ ਵਿਅਕਤੀ ਰੱਬ ਦਾ ਰੂਪ ਹੋ ਨਿਬੜਦਾ ਹੈ। ਮੁਹੱਬਤ ਨੇ ਉਮਰੇ ਅਬਦ ਹਮਕੋ ਬਖਸ਼ੀ, ਮਗਰ ਸਭ ਇਹ ਸਮਝੇ ਫਨਾ ਹੋ ਗਏ ਹਮ। ਲੋਕ ਕੀ ਸਮਝਦੇ ਨੇ, ਕਬੀਰ ਜੀ ਕਹਿੰਦੇ ਨੇ ਕੋਈ ਪਰਵਾਹ ਨਹੀਂ। ਪਰ ਮਨੁੱਖ ਸ਼ਬਦ ਦਾ ਬਾਣ ਲੱਗਦਿਆਂ ਹੀ ਅਹੰਕਾਰ ਤੋਂ ਮੁਕਤ ਹੋ ਜਾਂਦਾ ਹੈ, ਹਿਰਦਾ ਵਿੰਨਿਆ ਜਾਂਦਾ ਹੈ ਤੇ ਚਿੱਤ ਮਾਲਕ ਦੇ ਚਰਨਾਂ ਨਾਲ ਪਰੋਤਾ ਜਾਂਦਾ ਹੈ। ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇਜੇ ਛੇਕ। ਅਗਲੇ 2 ਸ਼ਲੋਕਾਂ ਅੰਦਰ ਕਬੀਰ ਸਾਹਿਬ ਨੇ ਇਹ ਪਹਿਲੂ ਸਾਡੇ ਸਾਹਮਣੇ ਰੱਖਿਆ ਹੈ ਕਿ ਆਤਮਾ ਪਰਮਾਤਮਾ ਦੀ ਬੁਲੰਦਗੀ ਤੋਂ ਆਈ ਸੰਸਾਰ ਵਿੱਚ ਸਰੀਰ ਦਾ ਜਾਮਾ ਧਾਰਨ ਕਰਕੇ, ਪਰ ਇੱਥੇ ਕਿਸ ਸੰਗਤ ਵਿੱਚ ਮਿਲ ਕੇ ਉਹ ਵਿਚਰੀ ਹੈ, ਉਸ ਦਾ ਪ੍ਰਭਾਵ ਵੀ ਉਸਨੇ ਕਬੂਲਿਆ ਹੈ। ਹੋ ਸਕਦਾ ਹੈ ਬਿਲਕੁਲ ਬੇਕਾਰ ਜੀਵਨ ਗਵਾ ਲਿਆ ਹੋਵੇ। ਇਸ ਦਾ ਦੂਜਾ ਪਹਿਲੂ ਵੀ ਹੈ ਕਿ ਚੰਗੀ ਸੰਗਤ ਵਿੱਚ ਮਿਲ ਕੇ ਕਿਸੇ ਨੇ ਆਪਣਾ ਜੀਵਨ ਵੀ ਸਵਾਰਿਆ ਹੋਵੇ ਤੇ ਹੋਰ ਅਨੇਕਾਂ ਦਾ ਜੀਵਨ ਸਵਾਰਨ ਵਿੱਚ ਵੀ ਮਦਦ ਕੀਤੀ ਹੋਵੇ। ਅਗਲੇ 2 ਸ਼ਲੋਕਾਂ ਵਿੱਚ ਕਬੀਰ ਸਾਹਿਬ ਨੇ ਇਹ ਪਹਿਲੂ ਸਾਡੇ ਸਾਹਮਣੇ ਰੱਖਿਆ ਤਾਂ ਕਿ ਅਸੀਂ ਆਪਣੇ ਵੱਲ ਝਾਤ ਮਾਰ ਕੇ ਫੈਸਲਾ ਲੈ ਸਕੀਏ ਕਿੱਥੇ ਹਾਂ, ਕਿੱਥੇ ਹੋਣਾ ਚਾਹੀਦਾ ਹੈ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬੇਕਾਰ। ਬਿਨ ਸੰਗਤ ਇਉਂ ਮਾਨਈ, ਹੋਏ ਗਈ ਪੱਠ ਛਾਰ। ਆਕਾਸ਼ ਤੋਂ ਆਈ ਬੂੰਦ ਪਾਣੀ ਦੀ ਵਰਖਾ ਸਮੇਂ ਸਾਫ਼ ਸੀ, ਬਿਲਕੁਲ ਨਿਰਮਲ ਸੀ। ਭਾਪ ਬਣ ਕੇ ਉੱਡਿਆ ਪਾਣੀ ਮੈਲ ਗਵਾ ਕੇ ਗਿਆ ਹੋਇਆ ਸੀ ਉੱਪਰ, ਜ਼ਮੀਨ ਤੇ ਡਿੱਗਾ। ਵਰਖਾ ਹੋਈ, ਨਿਰਮਲ ਪਾਣੀ ਜ਼ਮੀਨ ਤੇ ਆਇਆ, ਸਾਫ਼ ਬੂੰਦ। ਪਰ ਜਿੱਥੇ ਇਹ ਬੂੰਦ ਪਈ ਉਹ ਜ਼ਮੀਨ ਨਿਕਾਰੀ ਸੀ, ਨਿਕੰਮੀ ਸੀ। ਪਰ ਗਈ ਭੂਮ ਬੇਕਾਰ। ਜਦੋਂ ਵੀ ਕੋਈ ਬਰਸਾਤ ਦੀਆਂ ਬੂੰਦਾਂ ਕਲਰਾਠੀ ਜ਼ਮੀਨ ਤੇ ਪੈਂਦੀਆਂ ਨੇ ਤਾਂ ਸਵਾਰਦੀਆਂ ਕੁਝ ਨਹੀਂ। ਰੇਤ ਵਿੱਚ ਪਈਆਂ ਤਾਂ ਵੀ ਜੀਰ ਗਈ। ਨਿਕੰਮੀ ਜ਼ਮੀਨ ਤੇ ਪਈਆਂ ਹੋਈਆਂ ਬੂੰਦਾਂ ਵੀ ਕੀਮਤੀ ਹੋਣ ਦੇ ਬਾਵਜੂਦ, ਸਾਫ਼ ਸਵੱਛ ਹੋਣ ਦੇ, ਨਿਰਮਲ ਹੋਣ ਦੇ ਬਾਵਜੂਦ ਬੇਕਾਰ ਚਲੀਆਂ ਜਾਂਦੀਆਂ ਨੇ। ਕਬੀਰ ਜੀ ਕਹਿੰਦੇ ਨੇ ਨਾ ਕਿਸੇ ਦਾ ਕੁਝ ਸਵਾਰ ਸਕੀ ਕਿ ਇਹ ਜ਼ਮੀਨ ਨੂੰ ਸਰਸ਼ਾਰ ਕਰਦੀ, ਕਿ ਇੱਥੇ ਕੋਈ ਫਸਲ ਉੱਗਦੀ। ਇਹ ਬੂੰਦ ਇਸ ਕੰਮ ਵੀ ਨਾ ਆਈ, ਕਿਸੇ ਦੀ ਪਿਆਸ ਵੀ ਨਾ ਬੁਝਾ ਸਕੀ। ਇਉਂ ਹੋ ਗਈ ਜਿਵੇਂ ਬਲਦੇ ਹੋਏ ਭੱਠ ਦੀ ਰਾਖ ਹੋਵੇ, ਸੁਆਹ ਹੋਵੇ। ਬਿਨ ਸੰਗਤ ਇਉਂ ਮਾਨਈ,
ਹੋਏ ਗਈ ਪੱਠ ਛਾਰ। ਇਸ ਨੂੰ ਚੰਗੀ ਸੰਗਤ ਨਾ ਮਿਲੀ। ਜਿਸ ਜ਼ਮੀਨ ਦਾ ਸੰਗ ਮਿਲਿਆ ਉਹ ਬੇਕਾਰ ਸੀ। ਇਉਂ ਹੀ ਇਹ ਹੈ ਤਾਂ ਆਤਮਾ ਪਰਮਾਤਮਾ ਦੀ ਅੰਸ਼, ਸੰਸਾਰ ਤੇ ਜਨਮ ਲਿਆ ਹੈ। ਜੇ ਬੇਕਾਰ ਜ਼ਮੀਨ ਨਾਲ ਰਿਸ਼ਤਾ ਜੋੜ ਲਿਆ, ਉਸ ਸੰਗਤ ਨਾਲ ਜਿਸ ਨੂੰ ਅਸੀਂ ਕੁਸੰਗਤ ਆਖਦੇ ਹਾਂ, ਤਾਂ ਕਿਸੇ ਦੀ ਸੇਵਾ ਤਾਂ ਕੀ ਕਰਨੀ ਹੈ, ਆਪ ਵੀ ਵਿਕਾਰਾਂ ਵਿੱਚ ਸੜ ਕੇ ਰਾਖ ਬਣਾ ਲਏਗਾ ਇਹ ਇਨਸਾਨ ਆਪਣੀ ਜ਼ਿੰਦਗੀ ਨੂੰ। ਇਹ ਅਮੋਲਕ ਜ਼ਿੰਦਗੀ ਰਾਖ ਬਣ ਕੇ ਰਹਿ ਜਾਏਗੀ, ਵਿਕਾਰਾਂ 'ਚ ਸੜ ਕੇ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬੇਕਾਰ। ਬਿਨ ਸੰਗਤ ਇਉਂ ਮਾਨਈ, ਹੋਏ ਗਈ ਪੱਠ ਛਾਰ। ਜਿਵੇਂ ਪੱਠ ਦੀ ਰਾਖ ਹੋਵੇ, ਸੁਆਹ ਹੋਵੇ, ਇਸ ਤਰ੍ਹਾਂ ਬਣ ਗਈ। ਸਤਿਗੁਰੂ ਜੀ ਨੇ ਆਖਿਆ ਹੈ, ਕੁਸੰਗਤ ਬਹਿ ਹੈ ਸਦਾ ਦੁੱਖ ਪਾਵਹਿ, ਦੁੱਖੋ ਦੁੱਖ ਕਮਾਵਣਿਆ। ਚੰਗੀ ਸੰਗਤ ਤੋਂ ਟੁੱਟ ਕੁਸੰਗਤ ਵਿੱਚ ਪਏ ਵਿਅਕਤੀ ਨੂੰ ਕਿਸੇ ਜੋਤਸ਼ੀ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਕਿ ਕੀ ਹੋਵੇਗਾ। ਦੁੱਖ ਨਿਸ਼ਚਿਤ ਨੇ। ਜਦੋਂ ਵੀ ਕੁਸੰਗ ਵਿੱਚ ਸੰਗ ਬਣਨਾ ਸ਼ੁਰੂ ਹੋ ਜਾਏ, ਫਿਰ ਪੱਕੀ ਗੱਲ ਹੈ ਕਿ ਦੁੱਖ ਨੇੜੇ ਹਨ, ਦੂਰ ਨਹੀਂ, ਵਾਪਰਨਗੇ ਹੀ। ਇਹ ਅਮੋਲਕ ਜੀਵਨ ਪੱਠ ਦੀ ਸੁਆਹ ਵਰਗਾ ਵੀ ਬਣਾਇਆ ਜਾ ਸਕਦਾ ਹੈ, ਜੋ ਬੇਕਾਰ ਭੂਮ ਵਿੱਚ ਮਿਲ ਗਈ ਹੋਵੇ ਵਰਖਾ ਦੀ ਨਿਰਮਲ ਬੂੰਦ। ਉਹ ਜਿਵੇਂ ਬੇਕਾਰ ਚਲੀ ਜਾਂਦੀ ਏ, ਇਉਂ ਇਨਸਾਨੀ ਜ਼ਿੰਦਗੀ ਵੀ ਬੇਕਾਰ ਚਲੀ ਜਾਂਦੀ ਹੈ ਜੇ ਕੁਸੰਗਤ ਵਿੱਚ ਮਿਲ ਗਈ। ਇਸ ਤੋਂ ਅਗਲਾ ਸ਼ਲੋਕ, ਕਬੀਰ ਨਿਰਮਲ ਬੂੰਦ ਆਕਾਸ਼ ਕੀ। ਬੂੰਦ ਦੋਹਾਂ ਹਾਲਤਾਂ ਵਿੱਚ ਨਿਰਮਲ ਸੀ, ਆਕਾਸ਼ ਤੋਂ ਆਈ, ਪਰਮਾਤਮਾ ਤੋਂ ਆਈ। ਜਿਹੜੀ ਬੇਕਾਰ ਭੂਮ ਵਿੱਚ ਮਿਲੀ ਆਈ, ਉਹ ਵੀ ਆਕਾਸ਼ ਤੋਂ ਸੀ, ਪਰ ਕੁਸੰਗਤ ਵਿੱਚ ਪੈ ਗਈ। ਪਰ ਜਿਹੜੀ ਚੰਗੀ ਜ਼ਮੀਨ ਵਿੱਚ ਮਿਲੀ ਆਈ, ਉਹ ਵੀ ਆਕਾਸ਼ ਤੋਂ ਸੰਗਤ ਚੰਗੀ ਵਿੱਚ ਪੈ ਗਈ। 195 ਨੰਬਰ ਸ਼ਲੋਕ ਅੰਦਰ ਕਬੀਰ ਜੀ ਨੇ ਆਖਿਆ, ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬੇਕਾਰ। ਪਰ 196 ਵਿੱਚ ਗੁਰਮੁਖਾਂ ਦਾ ਜ਼ਿਕਰ ਕਰਦੇ ਨੇ, ਕਬੀਰ ਨਿਰਮਲ ਬੂੰਦ ਆਕਾਸ਼ ਕੀ, ਲੀਨੀ ਭੂਮ ਮਿਲਾਏ। ਚੰਗੀ ਭੂਮੀ ਵਿੱਚ ਪਈ ਤੇ ਕਿਸਾਨ ਨੇ ਮਿਲਾ ਲਈ। ਹਲ ਜੋਤਿਆ ਵਤ ਰਾਏ ਖੇਤ ਵਾਹ ਲੈ, ਬੀਜ ਬੀਜੇ ਫਸਲਾਂ ਉੱਗੀਆਂ, ਕਈਆਂ ਦਾ ਪੇਟ ਭਰਨ ਦੇ ਕੰਮ ਆਈ, ਅਨਾਜ ਪੈਦਾ ਕੀਤਾ। ਤੇ ਇਹ ਇਉਂ ਇੱਕ ਮਿੱਕ ਹੋ ਗਈ, ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਲੱਖ ਯਤਨ ਕਰ ਲਵੇ ਦੁਨੀਆ, ਫਿਰ ਵਿਛੋੜਾ ਨਹੀਂ ਪਾਇਆ ਜਾ ਸਕਦਾ। ਇਹ ਜ਼ਮੀਨ ਨਾਲੋਂ ਨਖੇੜੀ ਨਹੀਂ ਜਾ ਸਕਦੀ। ਕਲਰਾਠੀ ਧਰਤੀ ਤੇ ਪਈਆਂ ਬੂੰਦਾਂ ਤਾਂ ਜਾਲਾ ਬਣ ਜਾਂਦੀਆਂ ਨੇ, ਪਰ ਇਹ ਜ਼ਮੀਨ ਵਿੱਚ ਮਿਲ ਗਈ। ਸਿਆਣੇ ਕਿਸਾਨ ਨੇ ਪੂਰਾ ਲਾਹਾ ਲਿਆ, ਫਸਲਾਂ ਉਗਾ ਲਈਆਂ, ਅਨੇਕਾਂ ਦਾ ਪੇਟ ਭਰਿਆ, ਭੁੱਖ ਮਿਟਾਈ, ਕਿਸਾਨ ਨੂੰ ਮਾਲਾ ਮਾਲ ਕੀਤਾ। ਇਹ ਪਵਿੱਤਰ ਹੋ ਗਈ, ਜ਼ਮੀਨ ਵਿੱਚ ਇੱਕ ਹੋ ਗਈ। ਸੰਸਾਰ ਵਿੱਚ ਨਿਰੰਕਾਰ ਵਸਦਾ ਹੈ, ਲੇਕਿਨ ਜੇ ਬਾਹਰ ਦੇ ਜਾਲੇ ਤੱਕ ਸੀਮਿਤ ਰਹਿ ਗਈ ਕੁਸੰਗਤ ਵਿੱਚ ਪੈ ਕੇ ਤਾਂ ਬਰਬਾਦ। ਲੇਕਿਨ ਅੰਦਰਲੀ ਜੋਤ ਤੱਕ ਸਾਂਝ ਬਣਾ ਗਈ ਸੰਸਾਰ ਵਿੱਚ ਵਿਚਰਦਿਆਂ ਇਹ ਆਤਮਾ, ਤਾਂ ਫਿਰ ਨਿਰੰਕਾਰ ਵਿੱਚ ਅਭੇਦ ਹੋ ਗਈ। ਇਸ ਨੂੰ ਦੁਨੀਆ ਦੀ ਕੋਈ ਤਾਕਤ ਅਲੱਗ ਨਾ ਕਰ ਸਕੇਗੀ। ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਚਾਹੇ। ਨਾ ਕੋਈ ਵਿਕਾਰ, ਨਾ ਚਤੁਰਾਈ, ਨਾ ਕੋਈ ਲੋਭ ਲਾਲਚ, ਕੋਈ ਵੀ ਇਸ ਨੂੰ ਡੁਲਾ ਨਾ ਸਕੇਗਾ। ਇਹ
ਭਗਤ ਪਰਮਾਤਮਾ ਵਿੱਚ ਲੀਨ ਹੋ ਗਿਆ, ਜਿਵੇਂ ਬੂੰਦ ਸਾਗਰ 'ਚ ਲੀਨ ਹੋਵੇ ਜਾਂ ਜ਼ਮੀਨ ਵਿੱਚ ਲੀਨ ਹੋਈ ਵੀ ਆਖਰ ਸਮੁੰਦਰ ਤੱਕ ਹੀ ਪਹੁੰਚਦੀ ਹੈ, ਗਹਿਰਾਈਆਂ ਵਿੱਚ ਜਾਂਦੀ ਹੈ। ਜੋ ਫਸਲ ਉਗਾ ਗਈ ਉਹ ਅਲੱਗ, ਕਿੰਨਾ ਕੁਝ ਸਵਾਰ ਗਈ। ਵਾਹਿਗੁਰੂ ਕਿਰਪਾ ਕਰੇ ਇਹ ਸਾਡੀ ਆਤਮਾ ਦੀ ਬੂੰਦ ਕਿਸੇ ਕੰਮ ਆ ਸਕੇ, ਇਹ ਜ਼ਿੰਦਗੀ ਬੇਕਾਰ ਨਾ ਚਲੀ ਜਾਏ, ਭੱਠ ਦੀ ਸਵਾਹ ਬਣ ਕੇ ਨਾ ਰਹਿ ਜਾਏ, ਬਲਕਿ ਨਿਰੰਕਾਰ ਨਾਲ ਅਭੇਦ ਹੋ ਸਕੇ। ਸੰਸਾਰ ਵਿੱਚ ਐਸਾ ਜੀਵਨ ਅਸੀਂ ਜੀਵੀਏ ਕਿ ਆਪ ਵੀ ਅਭੇਦ ਹੋਈਏ ਤੇ ਦੁਨੀਆ ਦਾ ਭਲਾ ਕਰਨ ਵਿੱਚ ਵੀ ਸਾਡਾ ਯੋਗਦਾਨ ਪਵੇ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।